ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ, ਇੱਕ ਖਤਰਾਣੀ ਬੀਬੀ ਦਾ ਪੁੱਤਰ ਚੜ੍ਹਾਈ ਕਰ ਗਿਆ। ਅੰਮ੍ਰਿਤ ਵੇਲਾ ਹੋਇਆ ਤੇ ਉਹ ਆਪਣੇ ਪੁੱਤਰ ਨੂੰ ਲੈ ਕੇ ਗੁਰਦੁਆਰੇ ਆਈ ਹੈ। ਦੂਸਰੇ ਪਾਸੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਾਗੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਰੋਦਤ ਊਚੀ ਧੁਨ ਕੋ ਕਰਕੇ, ਤੇ ਛਨ ਕਾਨ ਪਾਰੀ ਸਤ ਗੁਰ ਕੇ। ਜਦੋਂ ਗੁਰਦੁਆਰੇ ਲੈ ਕੇ ਆਪਣੇ ਪੁੱਤਰ ਨੂੰ ਪਹੁੰਚੀ ਹੈ ਤੇ ਫੇਰ ਇੱਕ ਵਾਰੀ ਜ਼ੋਰ ਦੇ ਨਾਲ ਉੱਚੀ ਰੋਈ, ਤੇ ਉਸ ਦੇ ਰੋਣ ਦੀ ਜਿਹੜੀ ਆਵਾਜ਼ ਸੀ ਨਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਦੇ ਵਿੱਚ ਪਈ। ਦੁਖੀ ਬਿਲਾਪਤ ਸੁਣਤ ਕਿਰਪਾਲ, ਸਹਿ ਨਹੀਂ ਸਕੇ ਹਿਰਦੈ ਤਿਸ ਕਾਲ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਕਿ ਕੋਈ ਬੀਬੀ ਉੱਚੀ ਉੱਚੀ ਵਿਰਲਾਪ ਕਰ ਰਹੀ ਹੈ, ਉੱਚੀ ਉੱਚੀ ਰੋ ਰਹੀ ਹੈ, ਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਦੀ ਦਰਦ ਭਰੀ ਆਵਾਜ਼ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹਾਰ ਨਾ ਸਕੇ, ਬਹੁਤ ਜ਼ਿਆਦਾ ਚਿੰਤਤ ਹੋਏ। ਨਿਕਟ ਦੇਖ ਬੱਲੂ ਸੰਗ ਕਹਿਓ, ਕੌਣ ਬਿਰਲਾਪਤ ਦੁਖ ਜਿਨ ਲਹਿਓ। ਆਪਣੇ ਹਜੂਰੀ ਸੇਵਕ ਬੱਲੂ ਨੂੰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਕਹਿੰਦੇ ਨੇ, ਇਹ ਕੌਣ ਦੁਖੀਆ ਔਰਤ ਰੋ ਰਹੀ। ਜਾਓ ਨਿਕਟ ਤਿਸ ਰੋਦਨ ਹਟਾਵੋ, ਧੀਰਜ ਦੇ ਕਰੇਮ ਸਮਝਾਵੋ। ਭਾਈ ਬੱਲੂ ਜਾਓ, ਉਸ ਔਰਤ ਨੂੰ ਜਾ ਕੇ ਰੋਣ ਤੋਂ ਹਟਾ ਦਿਓ, ਔਰ ਉਸ ਨੂੰ ਜਾ ਕੇ ਧੀਰਜ ਦੇ ਕੇ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਸਮਝਾਓ। ਅੰਮ੍ਰਿਤ ਵੇਲਾ ਸਭ ਫਲ ਵਾਰੋ, ਪ੍ਰਭ ਸਿਮਰਨ ਕੋ ਨਾਮ ਸੰਭਾਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਬੱਲੂ ਨੂੰ ਜਾ ਕੇ ਉਸ ਬੀਬੀ ਨੂੰ ਸਮਝਾਓ ਕਿ ਅੰਮ੍ਰਿਤ ਵੇਲਾ ਹੈ। ਇਹ ਜਿਹੜਾ ਅੰਮ੍ਰਿਤ ਵੇਲਾ ਹੈ, ਮਾਨੋ ਕਿ ਸਮੂਹ ਫਲਾਂ ਦੇ ਦੇਣ ਵਾਲਾ ਹੁੰਦਾ ਹੈ। ਇਸ ਕਰਕੇ ਇਸ ਵੇਲੇ ਰੋਣਾ ਨਹੀਂ ਚਾਹੀਦਾ, ਪ੍ਰਭੂ ਦਾ ਨਾਮ ਜਪਣਾ ਚਾਹੀਦਾ। ਛਿਮਾ ਕਰੋ ਹੋਵਣ ਲਗ ਪ੍ਰਾਤੀ, ਉਦੈ ਸੂਰ ਤੇ ਦੁੱਖ ਹੋਏ ਹਾਤੀ। ਗੁਰੂ ਜੀ ਨੇ ਆਖਿਆ ਕਿ ਜਿਹੜਾ ਵੀ ਉਸ ਬੀਬੀ ਨੂੰ ਸੰਕਟ ਹੈ, ਉਸ ਨੂੰ ਕਹਿ ਦਿਓ ਕਿ ਜਦੋਂ ਹੀ ਸੂਰਜ ਉਦੈ ਹੋਵੇਗਾ, ਅਸੀਂ ਉਹਦਾ ਸੰਕਟ ਦੂਰ ਕਰ ਦਿਆਂਗੇ, ਤੇ ਹੁਣ ਇਸ ਵੇਲੇ ਉਹ ਨਾ ਰੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਇਸ ਤਰ੍ਹਾਂ ਜਾ ਕੇ ਉਸ ਨੂੰ ਕਹਿ ਦਿਓ। ਬੱਲੂ ਸੁਣ ਕਰ ਬਾਹਰ ਆਇਓ,
देख विदा को तब समझायो। सत वचन आके बल्लू बाहर आया है, उस बीबी दे कोल पहुंचा है। की देखदा है कि बीबी दा पुत्र मर चुका है, इस करके वो विलाप कर रही है, वो रो रही है। सतगुरु सच्चे पातशाह जी ने जिहड़ा हुक्म कीता सी, भाई बल्लू ने उसनूं कह दिता कि जेकर तेरा पुत्र मर गया है ते सतगुरु सच्चे पातशाह जी ने मैनू वचन कीता है कि तू बस रोण तो बंद हो जा, जदों सूरज उदय होवेगा। ते सच्चे पातशाह जी ने आख्या जिहड़ा भी दुख होवेगा असीं दुख कट देंगे, इस वेले ना रो। इस तरह बल्लू ने समझाया। सतगुर आज्ञा दीन सतोहे, अमृत समय तूशनी होहे। कहता है कि सतगुरां ने आज्ञा दी है कि ऐस अमृत वेले नहीं रोना चाहिए, तू चुप कर जा। होत प्रात तब नंदन तेरा, देह जिवाए न कर है देरा। बल्लू कहता है कि मैं यकीन दिवाउंदा हां कि जदों ही सवेर होवेगी तेरे पुत्र नूं सतगुरु सच्चे पातशाह जी जिउंदा कर देणगे, देर नहीं लाउणगे। शब्द रुदन को नहीं उठावो, बैठी रहो राम गुण गावो। भाई बल्लू ने उस औरत नूं आख्या कि इस वेले रोण दे जिहड़े शब्द ने उन्हां नूं ना उचार, भाव के विरलाप ना कर, चुप करके बैठ जा और परमेश्वर दे गुणां दा गान कर। सुन बल्लू के बच सुख वारे, जिया पुत्र निश्चय चित तारे। ग्रंथाकार भाई संतोख सिंह जी लिखते ने, जदों बल्लू ने इस तरह के बचन आखे जिहड़े के सुखदाई सन, ਉਹਦੇ ਬਚਨਾਂ ਨੂੰ ਸੁਣ ਕੇ ਔਰਤ ਦੇ ਮਨ ਦੇ ਅੰਦਰ ਨਿਸ਼ਚਾ ਪ੍ਰਤੀਤ ਵੱਜ ਗਈ ਕਿ ਜੇਕਰ ਸਤਿਗੁਰਾਂ ਨੇ ਬਚਨ ਕੀਤਾ ਹੈ ਤੇ ਜ਼ਰੂਰ ਹੀ ਉਹ ਪੁੱਤਰ ਨੂੰ ਜਿਵਾ ਦੇਣਗੇ। ਪਰ ਕਹਿੰਦੇ ਨੇ ਤਉ ਸ਼ੋਕ ਤੇ ਪੀੜਤ ਭਾਰੀ, ਉੱਚੀ ਕੂਕ ਸੋਤਰਿਆ ਪੁਕਾਰੇ। ਪਰ ਤਾਂ ਵੀ ਸੋਗ ਦੇ ਵਿੱਚ ਡੁੱਬੀ ਹੋਈ ਹੈ ਬਹੁਤ ਜ਼ਿਆਦਾ, ਉਸ ਨੂੰ ਇਸ ਗੱਲ ਦੀ ਪੀੜ ਵਿਆਪ ਰਹੀ ਹੈ ਕਿ ਮੇਰਾ ਪੁੱਤਰ ਮਰ ਗਿਆ ਹੈ। ਇਸ ਕਰਕੇ ਉਹ ਰੋਣ ਤੋਂ ਬੰਦ ਨਹੀਂ ਹੋਈ, ਸਗੋਂ ਹੋਰ ਵੀ ਜ਼ਿਆਦਾ ਉੱਚੀ ਉੱਚੀ ਰੋਣ ਲੱਗੀ। ਕਰਨ ਲੱਗੀ ਬਿਰਲਾਪ ਕਨੇਰਾ, ਮੋਜਾ ਲੰਬ ਸਤਿਗੁਰੂ ਤੇਰਾ। ਉੱਚੀ ਉੱਚੀ ਵਿਰਲਾਪ ਬਹੁਤਾ ਜ਼ਿਆਦਾ ਕਰਨ ਲੱਗੀ ਹੈ। ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਦੇ ਵਿੱਚ ਉਸ ਦੀ ਆਵਾਜ਼ ਪਹੁੰਚ ਰਹੀ ਹੈ। ਇਸ ਗੱਲ ਨੂੰ ਜਾਣ ਚੁੱਕੀ ਹੈ, ਇਸ ਕਰਕੇ ਉੱਚੀ ਉੱਚੀ ਮਾਨੋ ਕਿ ਸਤਿਗੁਰਾਂ ਨੂੰ ਸੁਣਾ ਸੁਣਾ ਕੇ ਕਹਿੰਦੀ ਹੈ, ਮੁਝਾ ਅਲੰਬ ਸਤਿਗੁਰੂ ਤੇਰਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਨੂੰ ਤੇ ਗਰੀਬਣ ਨੂੰ ਇੱਕ ਤੁਹਾਡਾ ਹੀ ਸਹਾਰਾ ਹੈ। ਸੁਤ ਬਿਨ ਮੇਰੋ ਕੋ ਜਗ ਨਾਹੀ, ਇੱਕ ਪੁੱਤਰਾ ਮੈਂ ਸੰਕਟ ਮਾਹੀ। ਕਹਿੰਦੀ ਹੈ ਕਿ ਮੇਰਾ ਇੱਕੋ ਹੀ ਇੱਕ ਪੁੱਤਰ ਸੀ, ਇਸ ਦੁਨੀਆ ਦੇ ਉੱਤੇ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਇਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਸੰਕਟ ਦੇ ਵਿੱਚ ਹਾਂ, ਵਿਪਤਾ ਦੇ ਵਿੱਚ ਹਾਂ। शरण आपकी आन रहे हम, इसकी लाज विचारो और तुम। सतगुरु सच्चे पातशाह जी ਨੂੰ ਸੁਣਾ ਕੇ ਕਹਿੰਦੀ ਹੈ, ਤੁਹਾਡੇ ਆਸਰੇ ਨੂੰ ਧਾਰਨ ਕਰਕੇ ਅਸੀਂ ਸਾਰਾ ਪਰਿਵਾਰ ਤੁਹਾਡੀ ਨਗਰੀ ਦੇ ਵਿੱਚ ਆਣ ਕੇ ਵਸੇ ਸਾਂ। ਮੇਰੇ ਸਿਰ ਦਾ ਸਾਈਂ ਵੀ ਮਰ ਗਿਆ ਤੇ ਮੇਰਾ ਜਿਹੜਾ ਜ਼ਿੰਦਗੀ ਦਾ ਆਖਰੀ ਸਹਾਰਾ ਪੁੱਤਰ ਸੀ ਉਹ ਵੀ ਮਰ ਗਿਆ। ਕਿਰਪਾ ਕਰਕੇ ਆਪਣੇ ਧਰਮ ਦੀ ਲਾਜ ਰੱਖੋ, मेरे ते कृपा करो। हाय हाय कह कूक पुकारे, पीटत सिर के बार उखारे। हाय हाय कर दी है, कूका मार दी है, उच्ची उच्ची पुकारा कर दी है, रोंदी है, पिटदी है और सिर दे वालों नूं पुट पुट के थले सुट दी। तब बल्लू ने आन सुनाई, श्री प्रभ मैं बहु बिद समझाई। बल्लू दे कहण दे उत्ते भी रोना बंद ना कीता। बल्लू वापस सतगुरु सच्चे पातशाह जी दे कोल आया है, आण के अर्ज कीती है, कहंदा सच्चे पातशाह मैं बहुत तरह तरह दे नाल उस नूं समझाउण दा यतन कीता है, पर वो रोणों नहीं हटदी।
ਸੁਣਤ ਰੁਦਨ ਪੁਣ ਕਰਤ ਕਨੇਰਾ, ਵਿਧਵਾ ਪੁੱਤਰ ਮਰਿਓ ਧਰ ਗੇਰਾ। ਸੱਚੇ ਪਾਤਸ਼ਾਹ, ਮੈਂ ਜਦੋਂ ਇਸ ਤਰ੍ਹਾਂ ਦੀ ਗੱਲ ਆਖੀ ਹੈ ਤੇ ਸਗੋਂ ਉਸਨੇ ਹੋਰ ਵੀ ਜ਼ਿਆਦਾ ਉੱਚੀ ਰੋਣਾ ਕਰ ਦਿੱਤਾ ਹੈ। ਸੱਚੇ ਪਾਤਸ਼ਾਹ, ਆਪਣੇ ਹੀ ਪਿੰਡ ਗੋਇੰਦਵਾਲ ਦੀ ਇੱਕ ਖਤਰਾਣੀ ਹੈ, ਬਿਰਧ ਹੈ, ਉਸ ਦਾ ਪਤੀ ਵੀ ਸਿਰ ਤੇ ਨਹੀਂ ਹੈ। ਉਸ ਦਾ ਪੁੱਤਰ ਸੱਚੇ ਪਾਤਸ਼ਾਹ ਮਰ ਗਿਆ ਔਰ ਮਰੇ ਹੋਏ ਪੁੱਤਰ ਦੇ ਕਾਰਨ ਉਹ ਵਿਰਲਾਪ ਕਰ ਰਹੀ। ਤਬ ਕਿਰਪਾਲ ਨਿਕਸੇ ਨਿਜ ਦੁਆਰੇ, ਗਏ ਜਹਾਂ ਤਹ ਰੁਦਨ ਉਚਾਰੇ। ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਕਮਰੇ ਦੇ ਵਿੱਚੋਂ ਬਾਹਰ ਆਏ ਨੇ। ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਆਪਣੇ ਪੁੱਤਰ ਦੇ ਸਮੇਤ ਉਹ ਔਰਤ ਬੈਠੀ ਹੈ ਤੇ ਬਹੁਤ ਜ਼ਿਆਦਾ ਰੋ ਰਹੀ ਹੈ। ਨਿਜ ਪਗ ਪੰਕਜ ਸੀਸ ਛੁਹਾਇਓ, ਮ੍ਰਿਤਕ ਬਾਲ ਤਤਕਾਲ ਜਿਵਾਇਓ। ਜਾ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਚਰਨ ਕਮਲ ਉਸ ਬਾਲਕ ਨੂੰ ਲਾਇਆ ਤੇ ਤਤਕਾਲ ਹੀ ਬਾਲਕ ਜਿੰਦਾ ਹੋ ਗਿਆ। ਸੁਤ ਸਮੇਤ ਕਰ ਗੁਰ ਕੋ ਬੰਦਨ, ਗਮਣੀ ਸਦਨ ਸੰਗ ਕਰ ਨੰਦਨ। ਕਵੀ ਜੀ ਲਿਖਦੇ ਨੇ ਕਿ ਪੁੱਤਰ ਦੇ ਸਮੇਤ ਫਿਰ ਗੁਰੂ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਉਹ ਬੀਬੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਪਣੇ ਘਰ ਚਲੀ ਗਈ। ਸ੍ਰੀ ਗੁਰ ਅਮਰ ਗਏ ਨਿਜ ਥਾਨਾ, ਬੱਲੂ ਸੋ ਇਸ ਰੀਤ ਬਖਾਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆਪਣੇ ਕਮਰੇ ਦੇ ਵਿੱਚ ਚਲੇ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਭਾਈ ਬੱਲੂ ਨੂੰ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਮ੍ਰਿਤਕ ਜਿਵਾਵਣ ਭਲੀ ਨਾ ਬਾਤ, ਜਾਂ ਤੇ ਅਬ ਇਸ ਤੇ ਉਪਰਾਂਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬੱਲੂ, ਕਿਸੇ ਮਰੇ ਹੋਏ ਨੂੰ ਜਿਵਾਉਣਾ ਇਹ ਚੰਗੀ ਗੱਲ ਨਹੀਂ ਹੁੰਦੀ। ਜਾਂ ਤੇ ਅਬ ਇਸ ਤੇ ਉਪਰਾਂਤ, ਕਹਿੰਦੇ ਨੇ ਇਸ ਕਰਕੇ ਅਸੀਂ ਸੋਚਿਆ ਕਿ ਅੱਜ ਤੋਂ ਬਾਅਦ ਕਦੇ ਵੀ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਨਰ ਤ੍ਰਿਆ ਮ੍ਰਿਤਕ ਹੋਏ ਕਬ ਨਾਹੀ, ਜਬ ਲਗ ਤਨ ਤਰ ਹਮ ਪੁਰ ਮਾਹੀ। ਕਹਿੰਦੇ ਨੇ ਅੱਜ ਤੋਂ ਬਾਅਦ ਅਸੀਂ ਕਿਸੇ ਮਰੇ ਹੋਏ ਨੂੰ ਜਿਉਂਦਾ ਨਹੀਂ ਕਰਾਂਗੇ। ਭਾਈ ਬੱਲੂ, ਇਹ ਚੰਗੀ ਰੀਤੀ ਨਹੀਂ ਹੈ। ਬੱਲੂ ਥੋੜਾ ਜਿਹਾ ਸੋਚਣ ਲੱਗਾ, ਪਰ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਵੀ ਜ਼ਿਆਦਾ ਸੁਖਮਈ ਬਚਨ ਕਰ ਦਿੱਤਾ। ਕਹਿੰਦੇ ਨੇ ਨਰ ਤ੍ਰਿਆ ਮ੍ਰਿਤਕ ਹੋਏ ਕਬ ਨਾਹੀ, ਜਬ ਲਗ ਤਨ ਧਰ ਹਮ ਪੁਰ ਮਾਹੀ। ਕਹਿੰਦੇ ਨੇ ਕਿ ਜਿੰਨਾ ਚਿਰ ਅਸੀਂ ਇਸ ਗੋਇੰਦਵਾਲ ਦੇ ਵਿੱਚ ਜਿਉਂਦੇ ਰਵਾਂਗੇ ਉਹਨਾਂ ਚਿਰ ਕੋਈ ਵੀ ਇਸਤਰੀ ਪੁਰਸ਼ ਮਰੇਗਾ ਹੀ ਨਹੀਂ। ਜੇ ਮਰੇਗਾ ਹੀ ਨਹੀਂ ਤੇ ਫਿਰ ਜਿਵਾਉਣ ਦੀ ਲੋੜ ਹੀ ਨਹੀਂ ਪਏਗੀ। ਕਹਿੰਦੇ ਨੇ ਮਰੇ ਹੋਏ ਨੂੰ ਜਿਵਾਉਣਾ ਚੰਗੀ ਗੱਲ ਨਹੀਂ ਹੈ। ਇਸ ਕਰਕੇ ਅੱਜ ਤੋਂ ਮਰਿਆਦਾ ਥੋੜੀ ਬਦਲ ਦਿੰਦੇ ਆ ਕਿ ਗੋਇੰਦਵਾਲ ਦੇ ਵਿੱਚ ਕੋਈ ਮਰੇਗਾ ਹੀ ਨਹੀਂ। ਜੇ ਮਰੇਗਾ ਤਾਂ ਹੀ ਤੇ ਕੋਈ ਆਣ ਕੇ ਅਰਜ਼ ਕਰੇਗਾ, ਤਾਂ ਹੀ ਤੇ ਅਸੀਂ ਜਵਾਵਾਂਗੇ। ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਕਿ ਜਿੰਨਾ ਚਿਰ ਗੋਇੰਦਵਾਲ ਦੇ ਵਿੱਚ ਮੈਂ ਜਿਉਂਦਾ ਰਵਾਂਗਾ ਉਹਨਾਂ ਚਿਰ ਕੋਈ ਵੀ ਗੋਇੰਦਵਾਲ ਦੇ ਵਿੱਚ ਨਾ ਪੁਰਖ ਮਰੇਗਾ ਤੇ ਨਾ ਔਰਤ ਮਰੇਗੀ। ਜਮ ਕੋ ਠਾਕ ਦਿਓ ਤਿਸ ਕਾਲ, ਜੋ ਸਭ ਜੀਵਨ ਕਰਤੋ ਕਾਲ। ਉਸੇ ਵੇਲੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਮ ਨੂੰ ਠਾਕ ਦਿੱਤਾ ਹੈ, ਉਸ ਨੂੰ ਰੋਕ ਦਿੱਤਾ ਹੈ। ਜਿਹੜਾ ਜਮ ਮਾਨੋ ਕਿ ਸਾਰਿਆਂ ਦੀ ਮੌਤ ਕਰਦਾ ਹੈ, ਉਸ ਨੂੰ ਮਨਾ ਕਰ ਦਿੱਤਾ, ਰੋਕ ਦਿੱਤਾ। ਗੋਇੰਦਵਾਲ ਵਿਖੇ ਨਹੀਂ ਆਵੋ, ਕਿਸਕੇ ਪ੍ਰਾਣ ਨਹੀਂ ਬਿਨਸਾਵੋ। ਸਤਿਗੁਰਾਂ ਨੇ ਹੁਕਮ ਕੀਤਾ ਹੈ ਜਮ ਨੂੰ ਕਿ ਗੋਇੰਦਵਾਲ ਦੇ ਵਿੱਚ ਤੂੰ ਕਦੇ ਨਹੀਂ ਆਉਣਾ, ਕਿਸੇ ਵੀ ਮਨੁੱਖ ਦੇ ਜਾਂ ਇਸਤਰੀ ਦੇ ਪ੍ਰਾਣਾਂ ਨੂੰ ਨਹੀਂ ਕੱਢਣਾ। 2-20 ਸੰਮਤ ਲਓ ਸਤਿਗੁਰ, ਲੈ ਗਾਦੀ ਕੋ ਬਸਤ ਭਏ ਪੁਰ। ਉਸੇ ਦਿਨ ਤੋਂ ਕਹਿੰਦੇ ਨੇ ਕਿ ਕਾਲ ਨੇ ਹੁਕਮ ਮੰਨਿਆ, ਫਿਰ ਕੋਈ ਵੀ ਕਦੇ ਸਤਿਗੁਰਾਂ ਦੇ ਜਿਉਂਦਿਆਂ ਗੋਇੰਦਵਾਲ ਦੇ ਵਿੱਚ ਨਹੀਂ ਮਰਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 2-20 ਸੰਮਤ ਲਓ ਸਤਿਗੁਰ। 22 ਸਾਲ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਦੇ ਵਿੱਚ ਇਸ ਤੋਂ ਬਾਅਦ ਜ਼ਿੰਦਾ ਰਹੇ, ਗੁਰਿਆਈ ਨੂੰ ਭੋਗਿਆ ਤੇ ਕਦੇ ਵੀ ਕੋਈ ਨਹੀਂ ਮਰਿਆ। ਤਬ ਲੋ ਇਸਤਰੀ ਪੁਰਖ ਆਨੰਦੇ, ਕਿਸਕੇ ਨਹੀਂ ਜਮ ਪ੍ਰਾਣ ਨਿਕੰਦੇ। ਉਸ ਦਿਨ ਤੋਂ ਬਾਅਦ ਸਾਰਿਆਂ ਇਸਤਰੀਆਂ ਤੇ ਪੁਰਸ਼ਾਂ ਨੂੰ
ਆਨੰਦ ਦੀ ਪ੍ਰਾਪਤੀ ਹੋਈ ਹੈ। ਕਹਿੰਦੇ ਨੇ ਕਿ ਕਦੇ ਵੀ ਜਮ ਨੇ ਕਿਸੇ ਦੇ ਵੀ ਪ੍ਰਾਣਾਂ ਦਾ ਨਾਸ ਨਹੀਂ ਕੀਤਾ। ਜੁਤ ਪਰਵਾਰ ਬਸੇ ਸੁਖ ਪਾਈ, ਜਮ ਕੋ ਤਰਾਸ ਦਿਓ ਬਿਸਰਾਈ। ਸਮੇਤ ਪਰਿਵਾਰਾਂ ਦੇ ਸਾਰੇ ਸੁਖੀ ਵਸੇ, ਜਮ ਨੂੰ ਤਰਾਸ ਦੇ ਕੇ ਡਰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੋਕ ਦਿੱਤਾ। ਇਸ ਕਰਕੇ ਕਹਿੰਦੇ ਨੇ ਲੋਕਾਂ ਦੇ ਮਨਾਂ ਦੇ ਅੰਦਰੋਂ ਜਮ ਦਾ ਜਿਹੜਾ ਮੌਤ ਦਾ ਭੈ ਸੀ ਉਹ ਨਿਕਲ ਗਿਆ। ਅਚਰਜ ਚਰਤ ਗੁਰੂ ਕੇ ਮਹਾ, ਦੀਪਕ ਬਰੈ ਤੇਲ ਨਹੀਂ ਜਹਾਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਿੱਤਰ ਐਸੇ ਹੁੰਦੇ ਨੇ, ਉਹਨਾਂ ਦੇ ਕੌਤਕ ਐਸੇ ਹੁੰਦੇ ਨੇ, ਕਹਿੰਦੇ ਨੇ ਜਿਹੜੀ ਨਾ ਹੋਣ ਵਾਲੀ ਗੱਲ ਹੈ ਨਾ ਉਹ ਵੀ ਹੋ ਜਾਂਦੀ ਹੈ। ਦੀਪਕ ਬਰੈ ਤੇਲ ਨਹੀਂ ਜਹਾਂ, ਕਹਿੰਦੇ ਨੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਕਿ ਦੀਵਾ ਤੇ ਹੋਵੇ, ਵੱਟੀ ਵੀ ਬਣਾਈ ਹੋਵੇ, ਪਰ ਤੇਲ ਵਿੱਚ ਨਾ ਹੋਵੇ ਤਾਂ ਵੀ ਦੀਵਾ ਜਗ ਪੈਂਦਾ ਹੈ। ਇਸ ਤਰ੍ਹਾਂ ਦੇ ਕੌਤਕ ਹੁੰਦੇ ਨੇ। ਸਿਕਤਾ ਮੈਂ ਤੇ ਤੇਲ ਨਿਕਾਸੈ, ਸਿਕਤਾ ਕੋ ਜਲ ਕਰ ਤ੍ਰਿਪਤਾਸੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਦੇ ਨੇ ਕਿ ਜੇਕਰ ਸਤਿਗੁਰੂ ਜੀ ਚਾਹਣ ਤੇ ਰੇਤੇ ਦੇ ਵਿੱਚੋਂ ਵੀ ਤੇਲ ਕੱਢ ਸਕਦੇ ਨੇ। ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹਣ ਤੇ ਮੰਨੋ ਕਿ ਜਿਹੜਾ ਰੇਤਾ ਹੈ ਨਾ ਉਸ ਨੂੰ ਪਾਣੀ ਬਣਾ ਕੇ ਵਹਾ ਸਕਦੇ ਨੇ ਔਰ ਬਹੁਤਿਆਂ ਸਾਰਿਆਂ ਨੂੰ ਤ੍ਰਿਪਤ ਕਰ ਸਕਦੇ ਨੇ। ਜਲ ਪਰ ਪਾਵਕ ਪਰਮ ਪ੍ਰਜਾਰ ਹੈ, ਪਾਵਕ ਚੰਦਰ ਸਦਰਸ ਕਰ ਡਾਰੈ। ਜੇ ਗੁਰੂ ਜੀ ਚਾਹਣ ਤੇ ਵੱਡੇ ਸਾਰੇ ਅਥਾਹ ਸਾਗਰ ਦੇ ਉੱਤੇ ਵੱਡੀ ਪ੍ਰਚੰਡ ਅੱਗ ਪੈਦਾ ਕਰ ਸਕਦੇ ਨੇ, ਅੱਗ ਲਾ ਸਕਦੇ ਨੇ ਪਾਣੀ ਦੇ ਵਿੱਚ। ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹਣ, ਪਾਵਕ ਚੰਦਰ ਸਦਾ ਕਰ ਡਾਰ ਹੈ। ਕਹਿਣ ਤੋਂ ਭਾਵ ਇਹ ਹੈ ਕਿ ਮਾਨੋ ਅਗਨੀ ਨੂੰ ਚੰਦਰਮਾ ਸਮਾਨ ਠੰਡਾ ਦਾਤਾ ਕਰ ਸਕਦੇ ਨੇ। ਚੰਦ ਦਨੇਂਦ ਮਨਿੰਦ ਬਣਾਵੇ, ਛਿਤ ਪਰ ਆਣ ਦਨੇਂਦ ਛੁਹਾਵੇਂ। ਜੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਚਾਹਣ ਤੇ ਜਿਹੜਾ ਚੰਦਰਮਾ ਹੈ ਉਸ ਨੂੰ ਸੂਰਜ ਵਰਗਾ ਗਰਮ ਕਰ ਸਕਦੇ ਹਨ, ਉਹਦੇ ਬਰਾਬਰ ਦਾ ਬਣਾ ਸਕਦੇ ਹਨ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜਾ ਹੋਵੇ ਤੇ ਜਿਹੜਾ ਦਨਿੰਦ ਹੈ, ਜਿਹੜਾ ਦਿਨ ਦਾ ਮਾਲਕ ਸੂਰਜ ਹੈ, ਜਿਹੜਾ ਬਹੁਤ ਜ਼ਿਆਦਾ ਗਰਮ ਹੈ, ਉਸ ਨੂੰ ਇੰਨਾ ਠੰਡਾ ਕਰ ਦੇਣ ਕਿ ਉਹ ਧਰਤੀ ਦੇ ਨਾਲ ਆਣ ਕੇ ਛੁਹਾ ਦੇਣ। ਇੱਕ ਤੇ ਸੂਰਜ ਕਦੇ ਠੰਡਾ ਨਹੀਂ ਹੋ ਸਕਦਾ ਤੇ ਦੂਸਰਾ ਕਦੇ ਵੀ ਸੂਰਜ ਧਰਤੀ ਦੇ ਨਾਲ ਨਹੀਂ ਛੋ ਸਕਦਾ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਨਾ ਹੋਣ ਵਾਲੀਆਂ ਗੱਲਾਂ ਜੇ ਸਤਿਗੁਰੂ ਜੀ ਚਾਹਣ ਤੇ ਹੋ ਸਕਦੀਆਂ। ਛਿਤ ਕੋ ਵਾਯੂ ਸਮਾਨ ਚਲਾਵੇ, ਵਾਯੂ ਕੋ ਸਮ ਮੇਰ ਟਿਕਾਵੇਂ। ਜੇ ਚਾਹਣ ਤੇ ਧਰਤੀ ਨੂੰ ਹਵਾ ਦੇ ਵਰਗਾ ਕਰਕੇ ਉਡਾ ਦੇਣ, ਜੇ ਚਾਹਣ ਤੇ ਚਲਦੀ ਹੋਈ ਹਵਾ ਨੂੰ ਸਮੇਰ ਦੀ ਤਰ੍ਹਾਂ ਇੱਕ ਜਗ੍ਹਾ ਦੇ ਉੱਤੇ ਟਿਕਾ ਕੇ ਰੱਖ ਦੇਣ। ਮੇਰ ਤੂਰ ਕਨ ਕਰੈ ਉਡਾਵੇਂ, ਧੂਲੀ ਕਨ ਕੋ ਸੈਲ ਬਣਾਵੇਂ। ਜੇ ਚਾਹਣ ਤੇ ਸਮੇਰ ਪਰਬਤ ਨੂੰ ਇੱਕ ਧੂੜ ਵਰਗਾ ਕਿਣਕਾ ਕਰਕੇ ਉਡਾ ਦੇਣ, ਜੇ ਚਾਹਣ ਤੇ ਇੱਕ ਛੋਟੇ ਜਿਹੇ ਧੂੜ ਦੇ ਕਿਣਕੇ ਨੂੰ ਵੱਡਾ ਪਹਾੜ ਬਣਾ ਦੇਣ। ਸੈਲ ਤੋਂਗ ਥਰ ਗਰਤ ਦੇਹ ਕਰ, ਗਰਤ ਗਿਰੇ ਕੋ ਦੇਹ ਸਵਰਗ ਬਰ। ਗ੍ਰੰਥਾਕਾਰ ਜੀ ਲਿਖਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਚੇ ਪਹਾੜ ਤੇ ਰਹਿਣ ਵਾਲੇ ਨੂੰ ਖਾਤੇ ਦੀ ਥਾਂ ਕਰ ਦੇਣ, ਜੇਕਰ ਉਹਨਾਂ ਦੀ ਰਜਾ ਹੋਵੇ ਤੇ ਫਿਰ ਟੋਏ ਵਿੱਚ ਡਿੱਗੇ ਹੋਏ ਨੂੰ ਦੇ ਦੇਣ ਬੈਕੁੰਠਾਂ ਦਾ ਰਾਜ। ਸੁਰਗ ਦੇਵ ਅਵਗਕ ਹੋਏ, ਗੇਰ ਨਰਕ ਨ ਬਿਲਮੈ ਕੋਏ। ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜਾ ਹੋਵੇ ਤੇ ਸਵਰਗ ਦੇ ਵਿੱਚ ਵਸਣ ਵਾਲੇ ਦੇਵਤਿਆਂ ਨੂੰ ਉਹਨਾਂ ਦੀ ਅਵਗਿਆ ਕਰਨ ਦੇ ਜਗ੍ਹਾ ਦੇ ਉੱਤੇ ਕਹਿੰਦੇ ਨੇ ਕਿ ਗੇਰ ਦੇਣ, ਨਰਕਾਂ ਦੇ ਵਿੱਚ ਸੁੱਟ ਦੇਣ। ਨਰਨ ਜਾਤ ਨਾ ਜੀਵ ਜੋ ਸਹਿ, ਗੁਰ ਕਰਨਾ ਤੇ ਮੁਕਤ ਸੁਲਹਿ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਜੀ ਚਾਹਣ ਤੇ ਜਿਹੜੇ ਹਮੇਸ਼ਾ ਹੀ ਸਵਰਗਾਂ ਦੇ ਵਿੱਚ ਦੇਵਤੇ ਵਸਦੇ ਨੇ ਉਹਨਾਂ ਨੂੰ ਹਮੇਸ਼ਾ ਵਾਸਤੇ ਨਰਕਾਂ ਦੇ ਵਿੱਚ ਸੁੱਟ ਦੇਣ
ਤੇ ਜਿਹੜੇ ਆਮ ਸੰਸਾਰੀ ਜੀਵ ਨੇ, ਜਿਹੜੇ ਕਿ ਨਰਕਾਂ ਦੇ ਵਿੱਚ ਸਜ਼ਾਵਾਂ ਸਹਿੰਦੇ ਨੇ, ਜੇਕਰ ਗੁਰੂ ਜੀ ਉਹਨਾਂ ਤੇ ਕਿਰਪਾ ਕਰਨ, ਉਹਨਾਂ ਤੇ ਦਇਆ ਕਰਨ ਤੇ ਉਹਨਾਂ ਦੀ ਮੁਕਤੀ ਹੋ ਜਾਵੇ। बेद पर पांच मेरे याद बिगारे, बिगड़े की मर्याद सुधारे। ग्रंथाकार भाई संतोख सिंह जी लिखते ने कि विधाता ने प्रपंच की जिहड़ी मर्यादा बन्नी हुई है, सतगुरु सच्चे पातशाह जी उस मर्यादा नूं तोड़ सकते ने। कहण तो भाव है कि विधाता की मर्यादा इस तरह बिगाड़ते ने कि मुर्दे नूं कदे कोई जिंदा नहीं करता, पर सतगुरु सच्चे पातशाह जी ने मुर्दियां नूं जिंदा कीता। इत्थों तक कि मौत नूं किसी ने रोकिया नहीं है, ना कोई रोक सकिया है, पर सतगुरु सच्चे पातशाह जी ने मौत नूं भी रोक दिता है कि जिन्ना चिर मैं जिउंदा रवांगा, गोइंदवाल दे विच कोई नहीं मरेगा। मानो कि जिहड़ी मर्यादा दुनिया दे उत्ते बनी हुई है, इस मर्यादा नूं सतगुरां ने एक हिसाब दा बिगाड़िया है। जिहड़ी मर्यादा दुनिया दे उत्ते संसार ते बनी हुई है, ग्रंथाकार भाई संतोख सिंह जी कहते हैं उस नूं बिगाड़ सकते हैं, उस नूं टाल सकते हैं, पर इस दे विपरीत बिगड़े की मर्याद सुधारें, जिहड़ियां बिगड़ियां हुईयां मर्यादावां ने उन्हां नूं लागू भी कर सकते हैं, उन्हां दे विच सुधार भी कर सकते हैं। अचल चलावें चलत थिरावें, राओ रंक रंक राओ बनावें। सतगुरु अमरदास सच्चे पातशाह जी ਜਿਹੜੇ नहीं ਚੱਲਣ वाले, ਜਿਹੜੇ ਜੜਵਤ ਹਨ, ਉਹਨਾਂ ਨੂੰ ਚਲਾ ਸਕਦੇ ਨੇ, ਤੇ ਜਿਹੜੇ ਚੱਲਣ ਫਿਰਨ ਵਾਲੇ ਜਿੰਦਾ ਜੀਵ ਜੰਤੂ ਨੇ, ਪ੍ਰਾਣੀ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਜੜਵਤ ਬਣਾ ਕੇ ਰੋਕ ਸਕਦੇ ਨੇ। ਰਾਓ ਰੰਕ ਰੰਕ ਰਾਓ ਬਣਾਵੇਂ, ਜੇ ਚਾਹਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜਿਆਂ ਨੂੰ ਕੰਗਾਲ ਬਣਾ ਸਕਦੇ ਨੇ, ਜੇਕਰ ਉਹ ਚਾਹਣ ਤੇ ਕੰਗਾਲਾਂ ਨੂੰ ਰਾਜੇ ਵੀ ਬਣਾ ਸਕਦੇ। ਸਾਰੰਗ ਰਾਗ ਦੇ ਵਿੱਚ ਭਗਤ ਕਬੀਰ ਜੀ ਨੇ ਇਸੇ ਪ੍ਰਥਾਏ अपनी गुरबाणी दे विच जिक्र कीता है। कबीर जी लिखते ने जल ते थल कर थल ते कूआ, कूप ते मेर करावे। जे चाहे सतगुरु ते जिथे पानी है कहंदे ने उत्थे समतल कर देन, उत्थे धरती बन जावे जिथे पानी है। जेकर चाहण ते जिथे थल है, पद्धरी जगह है, उत्थे खूह बना देन। जे होर अपनी खेड नूं वधा देन, कूप ते मेर करावे, ते जिहड़ा खूह है उत्थे वड्डा समेर पर्वत बना देन। जल ते थल कर थल ते कूआ, कूप ते मेर करावे, धरती ते आकाश चढ़ावे, चढ़े आकाश गिरावे। धरती तो आकाश ते भी चढ़ा सकदा है, जिहड़े आकाश दे विच चढ़े होए ने उन्हां नूं भी धरती ते डेग सकदा है। भेखारी ते राज करावे, राजा ते भेखारी, जे चाहे ते भेखारी नूं राज तख्त दे उत्ते बिठा देवे, राजा बना देवे। ते जे नदर फिर पुठी हो जावे, नदर उपट्ठी जे करे सुल्ताना घाओ कराएदा, फिर राजा ते भिखारी, फिर राजा नूं भी भिखारी बना दिंदा। खल मूर्ख ते पंडित करबो, पंडित ते मुगदारी, जे सतगुरु चाहे ते बहुत वड्डे जिहड़े मूर्ख मनुख ने उन्हां नूं ज्ञानी पंडित बना देवे, ते जे सतगुरु चाहे ते वड्डे वड्डे ज्ञानी जिहड़े पंडित ने ना उन्हां नूं भी मूर्ख बना देवे, मुग्ध कर देवे। नारी ते जो पुरख करावे, पुरखन ते जो नारी, जे चाहे सतगुरु ते नारी तो पुरख बना सकदा है, जे चाहे सतगुरु ते पुरख बने बनाए नूं नारी दे विच तब्दील कर सकदा है। कहो कबीर साधु को प्रीतम तिस मूरत बलिहारी। कबीर जी अखीरले सतर दे विच लिखदे ने साधां दा जिहड़ा प्यारा है, ऐसी मूरत दे उत्ते मैं बलिहार जांदा हां, मैं वारे जांदा हां। इस तो इलावा सतगुरु तेग बहादुर सच्चे पातशाह जी बिहागड़े राग दे विच लिखदे ने छिन मैं राओ रंक कौ करही, राओ रंक कर डारे, रीते भरे भरे सखनावे, यह ताको व्यवहारे। सतगुरु तेग बहादुर सच्चे पातशाह जी लिखदे ने कि एक खिण दे विच राओ रंक कौ करे, भाव के राजे नूं कंगाल बना दिंदा है। एक छिण लगदा है, एक छिण ही लगदा है कि कंगाल नूं राजा बना दिंदा है। कहते ने कि प्रभु दी सतगुरु दी ऐसी रजा हुंदी है, रीते भरे खालियां नूं भर दिंदा है ते भरियां नूं खाली कर दिंदा है। यह ताको व्यवहारे, सतगुरु दा इस तरह दा व्यवहार हुंदा है। मेरा सिर्फ कहण तो भाव है कि ग्रंथाकार भाई संतोख सिंह जी लिखदे ने कि गुरु जे चाहण ते ये सारा कुछ कर सकदे ने, जिहड़ा दुनिया दे उत्ते अजे तक कदे नहीं होया।
ਚਾਹੈ ਸੋ ਕਰੈ ਪ੍ਰਭु ਸਮਰੱਥ, ਭੰਨਣ ਘੜਨ ਜਿਨੋ ਕੇ ਹੱਥ। ਜੋ ਚਾਹਣ ਸੋ ਕਰ ਸਕਦੇ ਹਨ, ਕਿਉਂਕਿ ਪ੍ਰਭੂ ਸਮਰੱਥ ਹਨ। ਭੰਨਣ ਘੜਨ ਜਿਨੋ ਕੇ ਹੱਥ, ਭੰਨਣਾ ਤੇ ਕਿਸੇ ਨੂੰ ਘੜ ਦੇਣਾ, ਬਣਾ ਦੇਣਾ ਇਹਨਾਂ ਦੇ ਹੱਥ ਦੇ ਵਿੱਚ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਲਿਆਣ ਰਾਗ ਦੇ ਵਿੱਚ ਲਿਖਦੇ ਨੇ, ਭੰਜਨ ਗੜਨ ਸਮਰੱਥ ਸਦਾ ਪ੍ਰਭ, ਸੋ ਕਿਮ ਜਾਤ ਗਿਨਾਇਓ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ। ਇਸ ਤੋਂ ਇਲਾਵਾ ਜਾਪ ਸਾਹਿਬ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਹੋਰ ਬਚਨ ਲਿਖਦੇ ਨੇ, ਕਹਿੰਦੇ ਨੇ ਸਰਬ ਵਿਸ਼ਵ ਰਚਿਓ ਸੁਯੰਭਵ ਗੜਨ ਭੰਜਨ ਹਾਰ। ਸਾਰਾ ਸੰਸਾਰ ਵਿਸ਼ਵ ਜਿਹੜਾ ਹੈ ਇਹ ਰਚਿਆ ਹੈ, ਕਿਉਂਕਿ ਉਹ ਸਾਰਿਆਂ ਨੂੰ ਰਚਣ ਵਾਲਾ ਵੀ ਹੈ ਔਰ ਸਾਰਿਆਂ ਨੂੰ ਖਤਮ ਕਰਨ ਵਾਲਾ ਵੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਰੂ ਜੋ ਚਾਹੇ ਸੋ ਹੀ ਕਰ ਸਕਦਾ। ਤਦ ਭਜੋ ਆਵਤ ਚਲੀ ਅਨਾਦ, ਰਾਖਣ ਹੇਤ ਰੱਖੈ ਮਰਿਆਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਚਾਹਣ ਸੋ ਕਰਤੇ ਸਕਦੇ ਨੇ, ਪਰ ਕਵੀ ਜੀ ਲਿਖਦੇ ਨੇ ਤਾਂ ਵੀ ਜਿਹੜੀ ਪੁਰਾਣੀ ਅਨਾਦ ਤੋਂ ਮੁੱਢ ਤੋਂ ਰੀਤੀ ਚਲੀ ਆਉਂਦੀ ਹੈ, ਫਿਰ ਵੀ ਉਸ ਨੂੰ ਵਿਗਾੜਨ ਦਾ ਯਤਨ ਨਹੀਂ ਕਰਦੇ। ਦਇਆ ਸੇਂਦ ਸਿੱਖ ਵਤਸਲ ਮਹਾ, ਜਸ ਵਿਸਤਰਤ ਭਇਓ ਜਹਾਂ ਕਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਦਇਆ ਦੇ ਸਮੁੰਦਰ ਨੇ, ਆਪਣੇ ਸਿੱਖਾਂ ਦੇ ਪਿਆਰੇ ਨੇ, ਔਰ ਕਹਿੰਦੇ ਨੇ ਕਿ ਐਸੇ ਸਤਿਗੁਰੂ ਦਾ ਜਿਹੜਾ ਜਸ ਹੈ ਨਾ, ਉਹ ਜਗ੍ਹਾ ਜਗ੍ਹਾ ਦੇ ਉੱਤੇ ਵਿਸਤ੍ਰਿਤ ਹੋਇਆ ਹੈ, ਫੈਲਿਆ ਹੈ। ਨਿਜ ਪੁਰ ਮੇ ਗੁਰ ਪੁਰਖ ਆਗਾਦ, ਬਰਜੀ ਆਦਰ ਵਿਆਦ ਉਪਾਦ। ਕਵੀ ਜੀ ਲਿਖਦੇ ਨੇ ਕਿ ਆਪਣੀ ਪੂਰੀ ਗੋਇੰਦਵਾਲ ਦੇ ਵਿੱਚ ਅਗਾਧ ਪੁਰਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਸਦੇ ਨੇ, ਜਿਨ੍ਹਾਂ ਨੇ ਕਹਿੰਦੇ ਨੇ ਕਿ ਆਦ ਵਿਆਦ ਤੇ ਉਪਾਦ ਤਿੰਨੇ ਹੀ ਵਰਜ ਦਿੱਤੇ ਨੇ। ਤਬ ਅਕਬਰ ਦਿੱਲੀ ਤੇ ਆਵਾ, ਸਲਤਾ ਉਤਰ ਸਿਵਰ ਨਿਜ ਪਾਵਾ। ਇੱਕ ਵਾਰੀ ਕਹਿੰਦੇ ਨੇ ਕਿ ਅਕਬਰ ਬਾਦਸ਼ਾਹ ਦਿੱਲੀ ਤੋਂ ਆਇਆ ਤੇ ਉਸਨੇ ਬਿਆਸਾ ਦਰਿਆ ਤੋਂ ਪਾਰ ਕਰਕੇ ਲਾਹੌਰ ਨੂੰ ਜਾਣਾ ਸੀ, ਪਰ ਕਹਿੰਦੇ ਨੇ ਉਸਨੇ ਬਿਆਸਾ ਦਰਿਆ ਦੇ ਉੱਤੇ ਇੱਕ ਪੜਾਅ ਕੀਤਾ। ਲਵ ਪਰ ਕੋ ਗਮਨਤ ਤਹਿ ਰਹਿਓ, ਨਿਕਟ ਹੋਏ ਗੁਰ ਕੇ ਸਿੱਖ ਕਹਿਓ। ਲਾਹੌਰ ਨੂੰ ਜਾਣਾ ਸੀ, ਪਰ ਰਸਤੇ ਦੇ ਵਿੱਚ ਬਿਆਸਾ ਦੇ ਕਿਨਾਰੇ ਦੇ ਉੱਤੇ ਉਸਨੇ ਪੜਾਅ ਕੀਤਾ। ਨਿਕਟ ਹੋਏ ਗੁਰ ਕੇ ਸਿੱਖ ਕਹਿਓ, ਕਹਿੰਦੇ ਨੇ ਕਿ ਉਸ ਦੇ ਦਾਸ ਕਿਸੇ ਸਿੱਖ ਨੇ ਲਾਗੇ ਹੋ ਕੇ ਬਾਦਸ਼ਾਹ ਨੂੰ ਇਸ ਤਰ੍ਹਾਂ ਆਖਿਆ, ਹਜ਼ਰਤ ਸੋ ਸਤਗੁਰ ਇਸ ਪੁਰ ਹੈ, ਜਿਨ ਕੋ ਬਚਨ ਆਪ ਕੋ ਫੁਰ ਹੈ। ਉਸਨੇ ਆਖਿਆ, ਹੇ ਬਾਦਸ਼ਾਹ ਸਲਾਮਤ, ਹੇ ਹਜ਼ਰਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੋਇੰਦਵਾਲ ਨਗਰੀ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਨੇ ਤੁਹਾਡੇ ਵਾਸਤੇ ਬਚਨ ਕੀਤਾ ਸੀ ਤੇ ਉਹ ਬਚਨ ਸਫਲ ਹੋਇਆ ਸੀ। ਸੋਹਣੇ ਅਕਬਰ ਨੇ ਹਿਰਦੈ ਵਿਚਾਰੀ, ਗੜ ਚਿਤੌੜ ਕੀ ਬਾਤ ਚਿਤਾਰੀ। ਸੁਣ ਕੇ ਅਕਬਰ ਨੇ ਮਨ ਦੇ ਵਿੱਚ ਵਿਚਾਰ ਕੀਤੀ ਤੇ ਉਹ ਸਮਾਂ ਯਾਦ ਕੀਤਾ ਜਦੋਂ ਕਿ ਚਿਤੌੜ ਦਾ ਕਿਲਾ ਫਤਿਹ ਨਹੀਂ ਸੀ ਹੁੰਦਾ ਬਾਦਸ਼ਾਹ ਤੋਂ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਆਦਮੀ ਨੂੰ ਬਾਦਸ਼ਾਹ ਨੇ ਘੱਲਿਆ ਸੀ ਕਿ ਜਾ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕਰੋ ਕਿ ਮੈਂ ਇਸ ਕਿਲੇ ਨੂੰ ਫਤਿਹ ਕਰ ਸਕਾਂ। ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਬੌਲੀ ਰਚ ਰਹੇ ਹਾਂ, ਥੱਲੇ ਕੜ ਆ ਗਿਆ ਹੈ, ਜਦੋਂ ਸਾਡਾ ਬੌਲੀ ਦਾ ਕੜ ਟੁੱਟ ਜਾਏਗਾ ਨਾ ਤੇ ਦੂਸਰੇ ਪਾਸੇ ਚਿਤੌੜ ਦਾ ਕਿਲਾ ਵੀ ਟੁੱਟ ਜਾਏਗਾ। ਅਕਬਰ ਬਾਦਸ਼ਾਹ ਉਸ ਕਿਲੇ ਦੇ ਉੱਤੇ ਫਤਿਹ ਪਾ ਲਵੇਗਾ। ਇਸੇ ਤਰ੍ਹਾਂ ਹੋਇਆ ਵੀ ਹੈ, ਤੁਸੀਂ ਪਿੱਛੇ ਸੁਣ ਚੁੱਕੇ ਹੋ। ਹੁਣ ਇਸ ਵੇਲੇ ਗ੍ਰੰਥਾਕਾਰ ਜੀ ਸਿਰਫ ਟੂਕ ਮਾਤਰ ਦੱਸ ਰਹੇ ਨੇ ਕਿ ਜਦੋਂ ਉਸਨੇ ਇਸ ਤਰ੍ਹਾਂ ਦੀ ਗੱਲ ਆਖੀ ਤੇ ਬਾਦਸ਼ਾਹ ਨੂੰ ਸਾਰਾ ਕੁਝ ਜੋ ਵਾਪਰਿਆ ਸੀ ਉਹ ਯਾਦ ਆ ਗਿਆ ਕਿ ਵਾਕਿਆ ਹੀ ਜਦੋਂ ਉਹਨਾਂ ਦੀ ਬੌਲੀ ਦਾ ਕੜ ਟੁੱਟਿਆ ਸੀ, ਉਸੇ ਵੇਲੇ ਮੈਂ ਚਿਤੌੜ ਦੇ ਗੜ ਨੂੰ, ਕਿਲੇ ਨੂੰ ਫਤਿਹ ਕੀਤਾ ਸੀ। ਇਸ ਕਰਕੇ ਸਤਿਗੁਰਾਂ ਦੇ ਬਚਨ ਸੱਚੇ ਹੋਏ ਸਨ। ਤਰ ਪ੍ਰਤੀਤ ਦਰਸ਼ਨ ਕੋ ਚਾਹਿਓ, ਉੱਤਮ ਲੀਨ ਉਪਾਇਨ ਪਾਹਿਓ। ਬਾਦਸ਼ਾਹ ਅਕਬਰ ਨੇ ਮਨ ਦੇ ਵਿੱਚ ਪ੍ਰਤੀਤ ਨੂੰ ਧਾਰਨ ਕੀਤਾ ਤੇ ਦਰਸ਼ਨ ਕਰਨ ਦੀ ਲਾਲਸਾ ਮਨ ਦੇ ਵਿੱਚ ਪੈਦਾ ਹੋਈ।
इस करके दर्शन करन दी तैयारी कीती है। बहुत कीमती भेटा उसने भेटा रखण दे वास्ते नाल तैयार कीती है। सुध दै बेहत पठियो मो साहिब, तीर बाप का बैठे साहिब। ग्रंथाकार भाई संतोख सिंह जी लिखते ने कि अपना एक मुसाहिब, अपना एक वजीर पहला खबर देने दे वास्ते सतगुरां दे कोल भेजिया है। उस वेले सतगुरु अमरदास सच्चे पातशाह जी बौली दे किनारे दे उत्ते बैठे हुए सन। बल्लू बोलियो बंदत हाथ, पातशाह यह दिल्ली नाथ। जाके उसने खबर दी है। बल्लू ने फिर सतगुरु सच्चे पातशाह जी दे अगे हथ जोड़ के अर्ज की है कि सच्चे पातशाह, दिल्ली दा मालक बादशाह अकबर तुहाडे दर्शनां दे वास्ते आया है। दर्शन को आवत तर पाऊ, चाहिए पावंडे इस अगवाऊ। भाई बल्लू जी कहते ने सतगुरु सच्चे पातशाह जी, बादशाह अकबर हिंदुस्तान दा मालक आ रहा है, इस करके प्रेम दे नाल वो दर्शन करन दे वास्ते आ रहा है। सच्चे पातशाह चाहिदा है आपां नूं कि उहदा ज्यादा सत्कार करिए ते उस दे आउण दे वास्ते गलीचे विछाए जाण जिधरों दी उसने लंघना। इम कह आयस ले तलायव, रुचिर पटंबर बहु मंगवाए। जदों बल्लू ने इस तरह की अर्ज की, सच्चे पातशाह हिंदुस्तान का राजा आ रहा है, सानू चाहिए है कि वह ज्यादा सत्कार करिए क्योंकि बड़ी भावना दे नाल आ रहा है। जिथों दी लंघ के उसने आना है, रस्ते दे विच सोहणे कपड़े विछा दईए, सोहणे गलीचे विछा दईए। सतगुरु सच्चे पातशाह जी कहते हैं ठीक है भाई बल्लू, इसे तरह कर लो। आग्या नूं लैके छेती दे नाल भाई बल्लू गया है ते बहुत सोहणे सोहणे जिहड़े कपड़े सी ना उसने मंगवा लए। चलियो सिवर ते अकबर शाहू, असवारी तज आदक बाहू। दूसरे पास्यों अपने सिवर नूं अपने डेरे नूं छड़ के अकबर बादशाह सतगुरां दे दर्शनां दे वास्ते तुर पिया है। अपनियां सारियां सवारियां नूं छड़ दिता है, भाव के किसे पालकी दे विच नहीं बैठा, किसे हाथी ते नहीं चढ़िया, किसे घोड़े की सवारी भी नहीं की, उसे तरह तुर पिया। कहते करे पावंडे पावन, मृदल पटंबर हित सुख पावन। पर दूसरे पासे भाई बल्लू दी रची हुई व्योंत दे मुताबक जिथों दी उसने लंघना सी, रस्ते दे विच गलीचे सोहणे सोहणे कपड़े विछा दिते गए जिहड़े बहुत कोमल ने और बहुत ज्यादा कीमती ने। शुभ मत शाह बिलोकन करियो, ऊपर पावन तिसके तरियो। ग्रंथाकार भाई संतोख सिंह जी लिखते ने भावें के भाई बल्लू ने बड़ी उचेज की, पर कहते ने कि दूसरे पासे जिहड़ा श्रेष्ठ बुद्धि का मालक बादशाह अकबर सी, उसने उन्हां गलीचियां नूं देखिया पर हथ दे नाल हटा के उसने परां कर दिते, उहदे उत्ते अपना पैर नहीं रखिया। निज करते उठाए निर्वारे, गमनियों पगन नमरता तारे। अपने हथ दे नाल गलीचे नूं परां कर दिता, नाल ही बादशाह ने हुक्म किया कि सारियां गलीचियां नूं कपड़ियां नूं चुक दिता जावे, मैं इन्हां दे उत्ते चल के नहीं जावांगा। सारे हुक्म दे के चुकवा दिते। गमनियों पगन नमरता तारे, नंगे पैरां दे नाल चल के निमरता दे नाल पहुंचे। सिर गुर के समीप चल आयव, अंग विभूखण संग सुहायव। इसे तरह चलदा चलदा सतगुरु अमरदास सच्चे पातशाह जी दे कोल पहुंचा है। कवि जी लिखते ने कि सोहणे गहणे ते सोहणे कपड़े अपने शरीर दे उत्ते उसने पहने हुए ने। जात रूप ते जरती करे, जाहर जोत जवाहर जरे। ग्रंथाकार भाई संतोख सिंह जी लिखते ने कि बादशाह अकबर दे हत्थां दे विच कहते ने कि सोने दे जड़ाऊ जिहड़े कड़े ने वो पाए हुए ने, जिन्हां दे विच बहुत जवाहर हीरे मोती जड़े हुए ने। लाखों शीस नमर जिस आगे, महाप्रतापवंत दुत जागे। लखां ही सिर जिहड़े बादशाह दे अगे निमदे सन,
ਉਹ ਅੱਜ ਨਿਮਰਤਾ ਨੂੰ ਧਾਰਨ ਕਰਕੇ ਵੱਡੇ ਪ੍ਰਤਾਪ ਵਾਲਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕਣ ਆ ਰਿਹਾ। ਕਹਿੰਦੇ ਨੇ ਕੰਚਨ ਛਰੀਦਾਰ ਅਗਵਾਉ, ਹਾਥ ਬੈਂਤ ਧਾਰੀ ਸਮਦਾਉ। ਸੋਨੇ ਦੀਆਂ 2 ਸੋਟੀਆਂ ਨੂੰ ਧਾਰਨ ਕਰਕੇ 2 ਜਿਹੜੇ ਚੌਬਦਾਰ ਨੇ ਉਹ ਬਾਦਸ਼ਾਹ ਦੇ ਅੱਗੇ ਨੇ, ਔਰ ਕਹਿੰਦੇ ਨੇ ਕਿ ਬੈਂਤ ਦੀਆਂ ਸੋਟੀਆਂ ਨੂੰ ਧਾਰਨ ਕਰਕੇ ਬਹੁਤ ਸਾਰੇ ਜਿਹੜੇ ਉਹਦੇ ਸੈਨਿਕ ਨੇ ਉਹ ਆਸੇ ਪਾਸੇ ਨੇ। ਬਾਸਤਰ ਵਿਭੂਖਣ ਸੁੰਦਰ ਜਿਨਕੇ, ਚੌਂ ਦਿਸ਼ ਟੋਲ ਚਲਤ ਸੰਗ ਤਿਨਕੇ। ਜਿਨ੍ਹਾਂ ਦੇ ਕੱਪੜੇ ਬੜੇ ਸੋਹਣੇ ਨੇ, ਜਿਨ੍ਹਾਂ ਦੇ ਗਹਿਣੇ ਬੜੇ ਸੋਹਣੇ ਨੇ, ਉਹ ਸਾਰੇ ਦੇ ਸਾਰੇ ਟੋਲ ਬਨ ਕੇ 4 ਚੁਫੇਰੇ ਖਲੋਤੇ ਨੇ। ਦਰਸ਼ਨ ਕਰਤ ਨਮਰ ਹੋਏ ਬੈਠੇ, ਅਦਬ ਕਰੇ ਕਰ ਪਾਦ ਅਕੇਠੇ। ਸਾਰਿਆਂ ਤੋਂ ਪਹਿਲਾਂ ਬਾਦਸ਼ਾਹ ਅਕਬਰ ਨੇ ਬੜੀ ਹੀ ਨਿਮਰਤਾ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਹੈ ਤੇ ਵਾਰੀ-ਵਾਰੀ ਸਾਰਿਆਂ ਨੇ ਨਮਸਕਾਰ ਕੀਤੇ। ਕਵੀ ਜੀ ਕਹਿੰਦੇ ਨੇ ਅਦਬ ਕਰੇ ਕਰ ਪਾਦ ਇਕੱਠੇ। ਅਦਬ ਰੱਖਣ ਦੇ ਵਾਸਤੇ ਸਾਰਿਆਂ ਨੇ ਆਪਣੇ ਪੈਰਾਂ ਨੂੰ ਸੰਕੋਚਿਆ ਹੈ ਤੇ ਕਹਿੰਦੇ ਨੇ ਸੰਕੋਚ ਕੇ ਪੈਰਾਂ ਨੂੰ ਸਾਰੇ ਦੇ ਸਾਰੇ ਬਹਿ ਗਏ। ਕੁਸ਼ਲ ਪ੍ਰਸ਼ਨ ਕਰ ਆਪਸ ਬਿਖੈ, ਪ੍ਰੇਮ ਕਰੇ ਗੁਰ ਦਰਸ਼ਨ ਪਿਖੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੇ ਦੂਸਰੇ ਪਾਸੇ ਬਾਦਸ਼ਾਹ ਅਕਬਰ ਨੇ, ਦੋਵਾਂ ਨੇ ਇੱਕ ਦੂਜੇ ਦੇ ਨਾਲ ਸੁਖ ਸਾਂਦ ਦੀ ਖਬਰ ਪੁੱਛੀ ਹੈ। ਪ੍ਰੇਮ ਕਰੇ ਗੁਰ ਦਰਸ਼ਨ ਪਿਖੈ, ਪ੍ਰੇਮ ਦੇ ਨਾਲ ਸਾਰੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਨੇ। ਨਹੀਂ ਦੇਖ ਤੇ ਅਚਿਓ ਹਾਰਾ, ਇਹੀ ਨੇਮ ਗੁਰ ਹਿਰਦੈ ਵਿਚਾਰਾ। ਪਰ ਚਲਦਿਆਂ ਚਲਦਿਆਂ ਬਚਨ ਬਿਲਾਸ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਫੁਰਨਾ ਪੈਦਾ ਕੀਤਾ, ਨਹੀਂ ਦੇਖ ਤੇ ਅਚਿਓ ਹਾਰਾ, ਕਿ ਬਾਦਸ਼ਾਹ ਅਕਬਰ ਨੇ ਸਾਡੇ ਦਰਸ਼ਨ ਪਹਿਲਾਂ ਕਰ ਲਏ ਨੇ, ਪਰ ਇਸ ਨੇ ਦੇਗ ਦੇ ਵਿੱਚੋਂ ਜਾ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ। ਕਿਉਂਕਿ ਬਾਰ-ਬਾਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪਹਿਲਾਂ ਦਰਸ਼ਨ ਕਰਨ ਤੋਂ ਪ੍ਰਸ਼ਾਦਾ ਛਕਣਾ ਪੈਂਦਾ ਸੀ, ਫਿਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੰਦੇ ਸਨ। ਪਰ ਅੱਜ ਹੋਰ ਤਰ੍ਹਾਂ ਹੋ ਗਿਆ। ਅੱਜ ਬਾਦਸ਼ਾਹ ਅਕਬਰ ਨੇ ਦਰਸ਼ਨ ਆਣ ਕੇ ਕਰ ਲਿਆ, ਪਰ ਅਜੇ ਲੰਗਰ ਦੇ ਵਿੱਚ ਨਹੀਂ ਪਹੁੰਚਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗੱਲ ਨੂੰ ਯਾਦ ਕੀਤਾ। ਤੂਰਨ ਅਕਬਰ ਕੋ ਮਨ ਪ੍ਰੇਰਾ, ਹਾਥ ਜੋਰ ਬੋਲਿਓ ਤਿਸ ਬੇਰਾ। ਤੇ ਉਸੇ ਵੇਲੇ ਅੰਤਰਜਾਮੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਅਕਬਰ ਦੇ ਮਨ ਨੂੰ ਪ੍ਰੇਰ ਦਿੱਤਾ ਹੈ ਉਹੀ ਕੰਮ ਕਰਨ ਦੇ ਵਾਸਤੇ ਜਿਹੜਾ ਸਤਿਗੁਰੂ ਜੀ ਚਾਹੁੰਦੇ ਸਨ। ਕਹਿੰਦੇ ਨੇ ਕਿ ਉਸੇ ਵੇਲੇ ਹੱਥ ਜੋੜ ਕੇ ਬਾਦਸ਼ਾਹ ਅਕਬਰ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਗੁਰੂ ਸਾਹਿਬ ਕਿਆ ਖਾਣਾ ਖਾਵੋ, ਕਿਸ ਮੈਂ ਰੁਚ ਚਿੱਤ ਤੇ ਉਪਜਾਓ। ਕਹਿੰਦਾ ਹੈ ਗੁਰੂ ਸਾਹਿਬ ਤੁਸੀਂ ਕਿਹੜਾ ਖਾਣਾ ਖਾਂਦੇ ਹੋ, ਤੁਸੀਂ ਕੀ ਛਕਦੇ ਹੋ, ਕਿਹੜਾ ਖਾਣਾ ਖਾਣ ਦੇ ਵਿੱਚ ਤੁਸੀਂ ਆਪਣੀ ਰੁਚੀ ਰੱਖਦੇ ਹੋ। ਸਤਿਗੁਰ ਕਹਿਓ ਸੋ ਚਿਤ ਰੁਚਿਓ ਨਾ, ਹੋਤ ਯੋਗ ਰਾ ਲਵਣ ਬਿਹੂਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਦਸ਼ਾਹ ਕਿਸੇ ਵੀ ਖਾਣੇ ਦੇ ਵਿੱਚ ਕੋਈ ਰੁਚੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਰੁਚੀ ਤੋਂ ਊਣੇ ਹਾਂ, ਭਾਵ ਕਿ ਰੁਚੀ ਤੋਂ ਬਗੈਰ ਹੀ ਖਾਂਦੇ ਹਾਂ ਜੋ ਵੀ ਖਾਂਦੇ ਹਾਂ। ਹੋ ਤੇ ਓਗਰਾ ਲਵਣ ਬਿਹੂਨਾ, ਕਹਿੰਦੇ ਨੇ ਅਸੀਂ ਓਗਰਾ ਖਾਂਦੇ ਹਾਂ, ਅਸੀਂ ਦਲੀਆ ਛਕਦੇ ਹਾਂ ਪਰ ਉਹਦੇ ਵਿੱਚ ਵੀ ਲੂਣ ਨਹੀਂ ਹੁੰਦਾ, ਫਿੱਕਾ ਦਲੀਆ ਖਾਂਦੇ ਹਾਂ। ਤਿਸ ਕੋ ਏਕ ਬਾਰ ਕਰ ਖਾਵਨ, ਅਸ਼ਟ ਜਾਮ ਲਗ ਹੋਏ ਤ੍ਰਿਪਤਾਵਨ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ 8 ਪਹਿਰਾਂ ਦੇ ਵਿੱਚ ਅਸੀਂ ਇੱਕ ਵਾਰੀ ਓਗਰਾ ਦਲੀਆ ਖਾਂਦੇ ਹਾਂ, ਉਹ ਵੀ ਫਿੱਕਾ ਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ 8 ਪਹਿਰਾਂ ਤੋਂ ਬਾਅਦ ਛਕਦੇ ਹਾਂ, ਉਹਨਾਂ ਚਿਰ ਇਸੇ ਤਰੀਕੇ ਦੇ ਨਾਲ ਅਸੀਂ ਤ੍ਰਿਪਤ ਰਹਿੰਦੇ ਹਾਂ। ਸੁਣ ਸੁਲਤਾਨ ਬਿਸਮਤਾ ਪਾਇਵ, ਬ੍ਰਿਧ ਦੇਹ ਨਹੀਂ ਓਜ ਰਹਾਇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ ਤੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਸੋਚਦਾ ਬ੍ਰਿਧ ਦੇਹ, ਇਹਨਾਂ ਦੀ ਜਿਹੜੀ ਸਰੀਰਕ ਅਵਸਥਾ ਹੈ ਉਹ ਬੜੀ ਬਿਰਧ ਹੈ, ਨਹੀਂ ਓਜ ਰਹਾਇਵ, ਤੇ ਇਹੋ ਜਿਹਾ ਖਾਣਾ ਖਾਣ ਦੇ ਨਾਲ ਤਾਕਤ ਕਿਸ ਤਰ੍ਹਾਂ ਆਵੇ। ਬਹੁਰ ਨਿਬਲ ਹੀ ਕਰਤ ਆਹਾਰਾ, ਕ੍ਰਾਂਤਵੰਤ ਤਨ ਸ਼ੁਭਤ ਉਧਾਰਾ। ਸੋਚਦਾ ਦੇਹ ਬੜੀ ਬਿਰਧ ਹੈ
ਲੱਗਦਾ ਹੈ ਸਰੀਰ ਦੇ ਵਿੱਚ ਤਾਕਤ ਵੀ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਦਾ ਖਾਣਾ ਛਕਦੇ ਨੇ। ਨਿਵਲ ਹੀ ਕਰਤਾ ਹਾਰਾ, ਨਿਵਲ ਹੀ ਇਹਨਾਂ ਦਾ ਸਰੀਰ ਹੈ, ਮਾੜਾ ਸਰੀਰ ਹੈ ਔਰ ਮਾੜਾ ਹੀ ਇਹ ਆਹਾਰ ਛਕਦੇ ਨੇ। ਪਰ ਦੂਸਰੇ ਪਾਸੇ ਕ੍ਰਾਂਤਵੰਤ ਤਨ ਸ਼ੁਭਤ ਉਦਾਰਾ, ਪਰ ਫਿਰ ਵੀ ਮੱਥੇ ਦਾ ਜਿਹੜਾ ਤੇਜ ਹੈ, ਜਿਹੜੀ ਇਹਨਾਂ ਦੀ ਕ੍ਰਾਂਤੀ ਹੈ, ਉਹ ਤੇ ਇਸ ਤਰ੍ਹਾਂ ਦੀ ਨਹੀਂ ਲੱਗਦੀ। ਇਹਨਾਂ ਦੇ ਮੱਥੇ ਤੋਂ, ਚਿਹਰੇ ਤੋਂ ਦੇਖ ਕੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਸਿਰਫ ਓਗਰਾ 8 ਪੈਰਾਂ ਦੇ ਵਿੱਚ ਛਕਦੇ ਹੋਣ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕੀਤੇ ਅਕਬਰ ਨੇ। ਕਰ ਜੋਰਤ ਕਹਿ ਮਿਹਰ ਕਰੀ ਜੈ, ਵਹੀ ਤਵਰਕ ਮੁਝ ਕੋ ਦੀਜੈ। ਹੱਥ ਜੋੜ ਕੇ ਬਾਦਸ਼ਾਹ ਅਕਬਰ ਨੇ ਅਰਜ਼ ਕੀਤੀ, ਕਹਿੰਦਾ ਮਿਹਰ ਕਰੀਜੈ, हे ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਵਹੀ ਤਵਰਕ ਮੁਝ ਕੋ ਦੀਜੈ। ਤਵਰਕ ਹੈ ਫਾਰਸੀ ਦਾ ਲਫ਼ਜ਼। ਤਵਰਕ ਦਾ ਭਾਵ ਹੁੰਦਾ ਹੈ ਬਰਕਤ ਵਾਲਾ ਪ੍ਰਸ਼ਾਦ। ਕਹਿੰਦਾ ਸੱਚੇ ਪਾਤਸ਼ਾਹ ਫਿਰ ਕਿਰਪਾ ਕਰਕੇ ਇਹ ਜਿਹੜਾ ਬਰਕਤ ਵਾਲਾ ਪ੍ਰਸ਼ਾਦ ਤੁਸੀਂ ਛਕਦੇ ਹੋ ਨਾ, ਕਿਰਪਾ ਕਰਕੇ ਮੈਨੂੰ ਵੀ ਉਹੀ ਛਕਣ ਦੇ ਵਾਸਤੇ ਦਿਓ। ਤੁਮ ਖੁਦਾਏ ਕੀ ਜਾਤ ਸੁਜਾਨੇ, ਫੁਰੇ ਸਰਾਪ ਬਰ ਜਥਾ ਬਖਾਨੇ। ਕਹਿੰਦਾ ਕਿ ਤੁਸੀਂ ਖੁਦਾ ਦੀ ਜਾਤ ਹੋ, ਤੁਸੀਂ ਸੁਜਾਨ ਹੋ। ਜਿਹੜਾ ਵੀ ਬਚਨ ਕਰਦੇ ਹੋ, ਭਾਵੇਂ ਬਚਨ ਹੋਵੇ ਸਰਾਪ ਦਾ, ਭਾਵੇਂ ਹੋਏ ਵਰਦਾਨ ਦਾ, ਉਹ ਪੂਰਾ ਹੁੰਦਾ। ਦਰਸ਼ਨ ਪਾਏ ਭਾਇਓ ਮੈਂ ਧਨ, ਦੇਹੋ ਤਵਰਕ ਹੋਏ ਪ੍ਰਸੰਨ। ਕਹਿੰਦਾ ਕਿ ਤੁਹਾਡਾ ਦਰਸ਼ਨ ਪਾ ਕੇ ਮੈਂ ਧਨਤਾ ਦੇ ਯੋਗ ਹੋ ਗਿਆ ਹਾਂ। ਕਿਰਪਾ ਕਰਕੇ ਪ੍ਰਸੰਨ ਹੋ ਕੇ ਮੈਨੂੰ ਵੀ ਬਰਕਤ ਵਾਲਾ ਪ੍ਰਸ਼ਾਦ ਛਕਾਓ। ਬਿਨੈ ਸੋ ਪ੍ਰੇਮ ਜਾਚ ਨਾ ਜਾਣੀ, ਸੁਣ ਕਿਰਪਾਲ ਮੁਖ ਮਧੁਰ ਬਖਾਨੀ। ਉਸ ਦੀ ਮਾਨੋ ਕਿ ਸਹਿਤ ਪ੍ਰੇਮ ਦੇ ਮੰਗਣ ਦੀ ਬੇਨਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਹੈ। ਔਰ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਹੀ ਮਿੱਠੇ ਲਫ਼ਜ਼ਾਂ ਦੇ ਨਾਲ ਭਾਈ ਬੱਲੂ ਨੂੰ ਹੁਕਮ ਕੀਤਾ। ਕਹਿੰਦੇ ਨੇ ਬੱਲੂ ਹਮਰੋ ਹੈ ਜੋ ਆਹਾਰਾ, ਆਨੋ ਜਾਏ ਜੋ ਬਣਿਓ ਤਿਆਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਬੱਲੂ, ਅਸੀਂ ਜਿਹੜਾ ਖਾਣਾ ਖਾਂਦੇ ਹਾਂ, ਜੇਕਰ ਉਹ ਤਿਆਰ ਹੋ ਚੁੱਕਾ ਹੈ ਤੇ ਉਸ ਨੂੰ ਲੈ ਆ। ਗਮਨਿਓ ਸ਼ੀਗਰ ਥਾਰ ਭਰ ਆਨਾ, ਧਾਰਿਓ ਸ਼ਾਹ ਕੇ ਅਗਰ ਖਾਨਾ। ਸ਼ੀਗਰਤਾ ਦੇ ਨਾਲ ਬੱਲੂ ਜੀ ਗਏ ਨੇ, ਥਾਲਾ ਭਰ ਕੇ ਉਸ ਓਗਰੇ ਦਾ ਲੈ ਆਂਦਾ ਔਰ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ। ਕਰ ਪਖਾਰ ਮੁਖ ਪਾਇਵ ਗ੍ਰਾਸਾ, ਸਵਾਦ ਅਜਾਇਬ ਜਾਨ ਬਿਕਾਸਾ। ਬਾਦਸ਼ਾਹ ਨੇ ਹੱਥ ਧੋਤੇ ਨੇ ਤੇ ਫਿਰ ਖਾਣਾ ਖਾਣਾ ਸ਼ੁਰੂ ਕੀਤਾ ਹੈ। ਕਹਿੰਦੇ ਨੇ ਕਿ ਮੂੰਹ ਦੇ ਵਿੱਚ ਬੁਰਕੀ ਪਾਈ ਹੈ, ਪਹਿਲੀ ਗਰਾਹੀ ਪਾਈ ਹੈ ਤੇ ਅਜੀਬ ਹੀ ਕਿਸਮ ਦਾ ਸਵਾਦ ਉਸ ਚੋਂ ਆਇਆ, ਜਿਹਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿੱਕਾ ਦਲੀਆ ਕਹਿ ਰਹੇ ਸਨ। ਜੇਤਕ ਮਦਰਤਾ ਉੱਤਮ ਹੈ, ਪ੍ਰਿਥਕ ਕਵਰ ਮੈਂ ਸਵਾਦ ਸੁਲਹਿ। ਜਦੋਂ ਹੀ ਗਰਾਹੀ ਮੂੰਹ ਦੇ ਵਿੱਚ ਪਾਈ ਤੇ ਕਹਿੰਦੇ ਨੇ ਕਿ ਜਿੰਨਾ ਕੁ ਮਿੱਠਾ ਮਨ ਨੂੰ ਭਾਉਂਦਾ ਸੀ ਨਾ, ਉਹਨਾਂ ਕੁ ਮਿੱਠੇ ਦਾ ਸਵਾਦ ਉਸ ਨੂੰ ਗਰਾਹੀ ਦੇ ਵਿੱਚੋਂ ਆਇਆ ਜਦੋਂ ਪਹਿਲੀ ਹੀ ਗਰਾਹੀ ਪਾਈ। ਰੁਚ ਜਾਗੀ ਤਬ ਦੂਸਰ ਖਾਵਾ, ਤੋਰਿਸ਼ ਸਵਾਦ ਉੱਤਮ ਕੋ ਪਾਵਾ। ਪਹਿਲੀ ਗਰਾਹੀ ਪਾਈ ਤੇ ਮਿੱਠੇ ਦਾ ਸਵਾਦ ਆਇਆ, ਜਦੋਂ ਦੂਸਰੀ ਗਰਾਹੀ ਪਾਈ ਤੇ ਫਿਰ ਖੱਟੇ ਦਾ ਉੱਤਮ ਸਵਾਦ ਮਿਲਿਆ। ਬਿਸਮਿਓ ਸ਼ਾਹ ਕਹਾਂ ਯਹ ਬਾਤ, ਦੁਤੀਓ ਰਸ ਹੋਇਓ ਇਤ ਭਾਂਤ। ਜਦੋਂ ਦੂਸਰੀ ਗਰਾਹੀ ਪਾਈ ਤੇ ਖੱਟਾ ਲੱਗਾ, ਉਸ ਵੇਲੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੈਰਾਨ ਹੋਇਆ, ਸੋਚਦਾ ਕਹਾਂ ਜੇ ਬਾਤ, ਇਹ ਕੀ ਗੱਲ ਹੋ ਗਈ ਹੈ। ਜਦੋਂ ਦੂਸਰੀ ਗਰਾਹੀ ਮੈਂ ਪਾਈ ਹੈ ਮੂੰਹ ਦੇ ਵਿੱਚ ਤੇ ਸਵਾਦ ਹੀ ਬਦਲ ਗਿਆ। ਪਹਿਲੀ ਗਰਾਹੀ ਪਾਈ ਸੀ ਤੇ ਮਿੱਠਾ ਲੱਗਾ ਸੀ, ਜੇ ਦੂਸਰੀ ਗਰਾਹੀ ਪਾਈ ਹੈ ਤੇ ਖੱਟਾ ਲੱਗਣ ਲੱਗ ਪਿਆ ਹੈ। ਇਹ ਜਿਹੜਾ ਭੋਜਨ ਲਿਆ ਕੇ ਰੱਖਿਆ। ਬਹੁਰ ਤੀਸਰੋ ਪਾਇਸ ਕੌਰ, ਸਵਾਦ ਸਲਵਣ ਪਾਏ ਤਬ ਔਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਤੀਸਰੀ ਗਰਾਹੀ ਪਾਈ ਤੇ ਫਿਰ ਖੱਟਾ ਵੀ ਸਵਾਦ ਨਹੀਂ ਰਿਹਾ, ਫਿਰ ਮਿੱਠਾ ਵੀ ਸਵਾਦ ਨਹੀਂ ਰਿਹਾ, ਕਹਿੰਦੇ ਨੇ ਲੂਣ ਵਾਲਾ ਹੋ ਗਿਆ। ਚਤਰਤ ਮੈਂ ਪਾਇਸ ਕਉ ਪਾਇਸ, ਜਿਉਂ ਜਿਉਂ ਅਚਿਓ ਤਿਉਂ ਤਿਉਂ ਬਿਸਮਾਇਸ। ਜਦੋਂ ਕਹਿੰਦੇ ਨੇ ਕਿ ਚੌਥੀ ਗਰਾਹੀ ਪਾਈ ਤੇ ਫਿਰ ਨਾ ਖੱਟਾ ਨਾ ਮਿੱਠਾ ਤੇ ਨਾ ਹੀ ਲੂਣ ਵਾਲਾ,
ਫਿਰ ਕਹਿੰਦੇ ਨੇ ਇਸ ਤਰ੍ਹਾਂ ਦਾ ਸਵਾਦ ਮਿਲਿਆ ਜਿਸ ਤਰ੍ਹਾਂ ਦਾ ਖੀਰ ਦਾ ਸਵਾਦ ਹੁੰਦਾ। ਜਿਉਂ-ਜਿਉਂ ਅਚਵੈ ਤਿਉਂ-ਤਿਉਂ ਬਿਸਮਾਏ, ਜਿਵੇਂ-ਜਿਵੇਂ ਗ੍ਰਾਹੀਆਂ ਨੂੰ ਮੂੰਹ ਦੇ ਵਿੱਚ ਪਾਈ ਜਾਂਦਾ ਹੈ, ਤਿਵੇਂ-ਤਿਵੇਂ ਮਾਨੋ ਕਿ ਸਵਾਦ ਬਦਲਦੇ ਜਾਂਦੇ ਨੇ ਤੇ ਬਦਲਦੇ ਹੋਏ ਸਵਾਦਾਂ ਨੂੰ ਲੈ ਕੇ ਮਾਣ ਕੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੁੰਦਾ ਹੈ। ਖਟ ਰਸ ਕੇ ਸ਼ੁਭ ਸਵਾਦ ਜੇ ਹੋਏ, ਅਚਤ ਸ਼ਾਹਨ ਲੀਨੇ ਸੋਏ। ਕਵੀ ਜੀ ਲਿਖਦੇ ਨੇ ਕਿ ਖਟ ਰਸ ਹੁੰਦੇ ਨੇ, 6 ਰਸ ਹੁੰਦੇ ਨੇ, ਉਹਨਾਂ 6 ਹੀ ਰਸਾਂ ਦੇ ਸਵਾਦ ਨੂੰ ਉਸ ਵੇਲੇ ਮਾਨੋ ਕਿ ਛਕ ਕੇ ਉਸ ਬਾਦਸ਼ਾਹ ਨੇ ਮਾਨਿਆ। ਕਿਉਂਕਿ ਵਿਦਵਾਨ ਸੱਜਣ ਕਹਿੰਦੇ ਨੇ ਕਿ ਖਾਣੇ ਦੇ ਆਹਾਰ ਦੇ 6 ਰਸ ਹੁੰਦੇ ਨੇ, ਮਿੱਠਾ, ਸਲੂਣਾ, ਚਟਪਟਾ, ਭਾਵ ਜਿਹਨੂੰ ਤਿੱਖਾ ਵੀ ਕਹਿ ਦਿੰਦੇ। ਮਿੱਠਾ, ਸਲੂਣਾ, ਚਟਪਟਾ, ਕਸੈਲਾ, ਖੱਟਾ, ਕੌੜਾ, ਇਹ ਜਿਹੜੇ 6 ਰਸ ਨੇ ਨਾ, ਇਹ ਖਾਣੇ ਦੇ ਮੰਨੇ ਗਏ ਨੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 6 ਹੀ ਖਾਣੇ ਦੇ ਰਸਾਂ ਨੂੰ ਮਾਣਿਆ। ਜਨਮ ਧਾਰ ਜੋ ਸਵਾਦ ਨਾ ਪਾਇਓ, ਲਵਣ ਬਹੀਨ ਯੋਗ ਰਾਖਾਇਓ। ਜਦੋਂ ਦਾ ਬਾਦਸ਼ਾਹ ਨੇ ਜਨਮ ਧਾਰਨ ਕੀਤਾ ਸੀ, ਉਦੋਂ ਤੋਂ ਲੈ ਕੇ ਕਹਿੰਦੇ ਨੇ ਕਿ ਐਸਾ ਸਵਾਦਮਈ ਖਾਣਾ ਉਸਨੇ ਕਦੇ ਨਹੀਂ ਸੀ ਖਾਧਾ। ਇੱਕ ਖਾਣੇ ਦੇ ਵਿੱਚੋਂ ਇੰਨੇ ਸਵਾਦ ਕਦੇ ਨਹੀਂ ਸਨ ਮਾਣੇ। ਪਰ ਲਵਣ ਬਿਹੂਣ ਓਗਰਾ ਖਾਇਓ, ਪਰ ਇੱਕ ਲੂਣ ਤੋਂ ਬਗੈਰ ਓਗਰਾ ਖਾਧਾ ਤੇ 6 ਹੀ ਰਸਾਂ ਦੇ ਆਨੰਦ ਨੂੰ ਮਾਣ ਲਿਓ। ਤ੍ਰਿਪਤ ਸ਼ਾਹ ਕਰ ਬਹੁਰ ਪਖਾਰੇ, ਬਿਸਮਤ ਹੋਏ ਕਰ ਜੋਰ ਉਚਾਰੇ। ਜਦੋਂ ਬਾਦਸ਼ਾਹ ਰੱਜ ਗਿਆ, ਫਿਰ ਉਸਨੇ ਆਪਣੇ ਹੱਥਾਂ ਨੂੰ ਧੋਤਾ ਹੈ, ਸਾਫ਼ ਕੀਤਾ ਤੇ ਫਿਰ ਹੈਰਾਨਗੀ ਦੀ ਦਸ਼ਾ ਦੇ ਵਿੱਚ ਹੋ ਕੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬਾਦਸ਼ਾਹ ਅਕਬਰ ਨੇ ਇਸ ਤਰ੍ਹਾਂ ਅਰਜ਼ ਕੀਤੀ। ਸਿਫਤ ਆਪ ਕੀ ਕਹੀ ਨਾ ਜਾਏ, ਆਰਫ ਕਾਮਲ ਸਭ ਸੁਖ ਦਾਏ। ਹੱਥ ਜੋੜ ਕੇ ਬਾਦਸ਼ਾਹ ਕਹਿੰਦਾ ਕਿ ਇਹ ਸੱਚੇ ਪਾਤਸ਼ਾਹ, ਤੁਹਾਡੀ ਜਿਹੜੀ ਸਿਫਤ ਹੈ ਨਾ, ਉਹ ਮੇਰੇ ਤੋਂ ਕਹੀ ਨਹੀਂ ਜਾਂਦੀ ਕਿ ਤੁਹਾਡੇ ਵਿੱਚ ਕਿੰਨੀ ਵੱਡੀ ਸਿਫਤ ਹੈ। ਕਹਿੰਦਾ ਆਰਫ ਕਾਮਲ ਸਭ ਸੁਖ ਦਾਏ। ਤੁਸੀਂ ਆਰਫ ਹੋ, ਤੁਸੀਂ ਕਾਮਲ ਹੋ, ਤੁਸੀਂ ਸਾਰਿਆਂ ਹੀ ਸੁੱਖਾਂ ਦਾ ਦਾਨ ਦੇਣ ਵਾਲੇ ਹੋ। ਆਰਫ ਆਖਿਆ ਜਾਂਦਾ ਹੈ ਉਸ ਨੂੰ ਜਿਹੜਾ ਰੱਬ ਦੇ ਨਾਲ ਮਿਲਿਆ ਹੋਵੇ। ਕਾਮਲ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਪਰਿਪੂਰਨ ਹੋਵੇ। ਕਹਿੰਦਾ ਹੈ ਕਿ ਤੁਸੀਂ ਪਰਿਪੂਰਨ ਹੋ, ਤੁਸੀਂ ਖੁਦਾ ਨੂੰ ਮਿਲੇ ਹੋਏ ਹੋ ਔਰ ਸੁੱਖਾਂ ਦਾ ਦਾਨ ਦੇਣ ਵਾਲੇ ਹੋ। ਜੇ ਕਰ ਮੇਰੇ ਪਰ ਅਨਕੂਲ, ਹਰਖ ਦੇਹੋ ਕੁਛ ਕਰੋ ਕਬੂਲ। ਬਾਦਸ਼ਾਹ ਅਕਬਰ ਹੱਥ ਜੋੜ ਕੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ, ਜੇ ਮੇਰੇ ਤੇ ਤੁਸੀਂ ਅਨੁਕੂਲ ਹੋ, ਜੇ ਮੇਰੇ ਤੇ ਤੁਸੀਂ ਕਿਰਪਾਲੂ ਹੋ, ਪ੍ਰਸੰਨ ਹੋ, ਤੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਕੁਝ ਭੇਟਾ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਉਹ ਤੁਸੀਂ ਕਬੂਲ ਕਰੋ, ਪ੍ਰਵਾਨ ਕਰੋ। ਜੋ ਸੇਵਾ ਤੁਮਰੀ ਹੋਏ ਜਾਏ, ਬਨੋ ਸਫਲ ਸ਼ਾਂਤੀ ਮੁਝ ਆਏ। ਅਕਬਰ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ, ਜੇਕਰ ਤੁਸੀਂ ਮੇਰੀ ਦਿੱਤੀ ਹੋਈ ਭੇਟਾਂ ਨੂੰ ਪ੍ਰਵਾਨ ਕਰ ਲਿਆ ਤੇ ਮੇਰੇ ਮਨ ਦੇ ਵਿੱਚ ਸ਼ਾਂਤੀ ਆ ਜਾਏਗੀ। ਮੈਂ ਸਮਝਾਂਗਾ ਕਿ ਮੇਰੀਆਂ ਘੜੀਆਂ ਲੇਖੇ ਲੱਗ ਗਈਆਂ ਨੇ, ਜੇ ਤੁਹਾਡੀ ਮੈਂ ਕੋਈ ਸੇਵਾ ਕਰ ਸਕਦਾ। ਬਿਕਸ ਪ੍ਰਭੂ ਮੁਖ ਤੇ ਸੋ ਕਹੀ, ਕਿਸੂ ਬਸਤ ਕੀ ਖਾਸ਼ ਨਾ ਰਹੀ। ਜਦੋਂ ਇਸ ਤਰ੍ਹਾਂ ਭੇਟਾ ਦੀ ਗੱਲ ਕੀਤੀ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸੂ ਬਸਤ ਕੀ ਖਾਸ਼ ਨਾ ਰਹੀ। ਬਾਦਸ਼ਾਹ, ਕਿਸੇ ਵੀ ਵਸਤੂ ਦੀ ਕੋਈ ਸਾਡੇ ਮਨ ਦੇ ਵਿੱਚ ਇੱਛਾ ਨਹੀਂ, ਕੋਈ ਖੁਆਇਸ਼ ਨਹੀਂ ਹੈ, ਅਸੀਂ ਕੋਈ ਵੀ ਭੇਟਾ ਨਹੀਂ ਲੈਣਾ ਚਾਹੁੰਦੇ। ਦੀਏ ਗੁਰੂ ਨੇ ਅਟੁੱਟ ਭੰਡਾਰੂ, ਖਰਚਤ ਖਾਵਤ ਪਾਏ ਨਾ ਪਾਰੂ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਦਸ਼ਾਹ, ਗੁਰੂ ਨੇ ਅਟੁੱਟ ਭੰਡਾਰ ਦਿੱਤੇ ਹੋਏ ਨੇ। ਕਹਿੰਦੇ ਨੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ। ਖਾਣੇ ਹਾਂ, ਖਰਚਦੇ ਹਾਂ, ਕਹਿੰਦੇ ਨੇ ਸਾਰਾ ਕੁਝ ਕਰਦੇ ਹਾਂ, ਪਰ ਕੋਈ ਕਮੀ ਨਹੀਂ ਹੈ। ਇਸ ਕਰਕੇ ਸਾਨੂੰ ਕਿਸੇ ਵੀ ਚੀਜ਼ ਲੈਣ ਦੀ ਕੋਈ ਇੱਛਾ ਨਹੀਂ। ਸ਼ਾਹ ਸਹਿਤ ਉਮਰਾਵਣ ਫੇਰ, ਬੇਰ ਬੇਰ ਕਹਿ ਕਰੋ ਨਾ ਫੇਰ। ਇਸ ਤੋਂ ਬਾਅਦ ਬਾਦਸ਼ਾਹ ਨੇ ਆਪਣੇ ਸਮੇਤ ਵਜ਼ੀਰਾਂ ਦੇ ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ਾਂ ਕੀਤੀਆਂ ਨੇ। ਕਹਿੰਦੇ ਨੇ ਕਰੋ ਨਾ ਫੇਰ, ਸੱਚੇ ਪਾਤਸ਼ਾਹ ਕਿਰਪਾ ਕਰੋ,
ਤੁਸੀਂ ਮੋੜੋ ਨਾ, ਸਾਡੀ ਕਹੀ ਹੋਈ ਗੱਲ ਨੂੰ ਮੰਨ ਲਓ। केतक ग्राम को पठा लिखायव, सतगुर के चरणन चढ़ायव। ग्रंथाकार जी लिखते ने फिर सतगुरु अमरदास सच्चे पातशाह जी ने प्रवानगी दिती ते काफ़ी सारे पिंडां दा पटा फिर बादशाह ने लिख दिता। पटे तो भाव है अधिकार पत्र, जिन्हों सनद भी कह देंदे ने। अधिकार पत्र लिख दिता बादशाह ने अपने हत्थां दे नाल ते वो अधिकार पत्र सतगुरां दे चरणां दे विच भेटा कर दिता। ये सब निर्णय आगे कर हैं, जहां सुदासर कथा उचर हैं। हुण ग्रंथाकार भाई संतोख सिंह जी लिखते ने कि ये निर्णय अगे जाके मैं करांगा, जिथे कि अमृतसर दी कथा मैं बयान करांगा। दे कर गयो ग्राम सुल्तान, बैठे शोभत गुर भगवान। ग्रंथाकार भाई संतोख सिंह जी लिखते ने कि इस तरीके दे नाल वो सुल्तान, वो बादशाह अकबर पिंडां दी जगीर दे के वापस परत गया है। बैठे शोभत गुरु भगवान, गुरु भगवान सतगुरु अमरदास सच्चे पातशाह जी उसे ही बौली दे किनारे दे उत्ते बैठे रहे। बहुते सारे इतिहासकारां ने इस गल दा जिक्र कीता है कि सतगुरु सच्चे पातशाह जी ने जगीर लैण तो ना कर दिती ते उस वेले बादशाह अकबर ने ये गल आखी कि तुहाडी जिहड़ी पुत्री भानी है वो भी मेरी धी दे बराबर है, इस करके मैं उसनूं दे देना। और इस करके बीबी भानी नूं वो जिहड़ी जगीर सी ना वो बादशाह ने अर्पण कीती। इसे ही इतिहास नूं लिखिया है दान सिंह कोमल ने, जिन्हां ने पुस्तक लिखी है गुरतीजी पीढ़ी। उन्होंने इस घटना नूं अपनी कलम दे नाल इस तरीके दे नाल बयान कीता। चल के अकबर बादशाह आया गोइंदवाल, कुछ मुसाहिब नाल सन लश्कर भी सी नाल। बह के गुरु के लंगरों छकिया उस प्रसाद, बुरकी बुरकी विच सी वखो वख स्वाद। हाजिर होया फेर सी विच गुरु दरबार, कीते तीजे गुरु दे संगत विच दीदार। गुर चेहरे ते वेख्या नूरी जदों जलाल, ओदा शाही रोब भी झल ना सकिया झाल। आखण लगा पातशाह मैं हां हिंद दा शाह, पर तू मैनू जापदा वड्डा शाहनशाह। इन्ना खाना पकदा इत्थे दिन ते रात, हर कोई आके खामदा बिना जात ते पात। मेरी खाहिश के लिखदियां लंगर लई जागीर, ताके आवे तोटना खान गरीब अमीर। गुरां आखिया शहनशाह ये अतुट भंडार, सब कुछ दिता रब दा आए ना पारावार। लंगर खांदियां वरतदियां कदे ना आवे थोड़, इसलिए शाही खर्च दी इनू नहीं ये लोड़। लंगर चल नहीं सकदा नाल जगीरां नित, शरदा भाव ही रखदा लंगर ताई स्थित। दसां नौं दी धर्म दी करदा ए जो कार, फिर लंगर लई देवंदा अपने वित अनुसार। ऐसा दान ही सफल है जिस विच होवे हित, ऐसे दान दे नाल ही लंगर चले नित। बादशाह नूं दसिया इदां आप हजूर, फिर उन्हां जागीर नूं कीता ना मंजूर। पहला सतगुरां ने जगीर नूं ना मंजूर कीता। अकबर ने कहा गुरु जी अर्ज करो परवान, करो कबूल जगीर एह मेरी है ये शान। लंगर दे लई ना सही पर भानी दे ना, पटा मैं इस जगीर दा खुद लिख देंदा हां। जेही तुहाडी धी एह तेही है मेरी धी, जे मैं इनू दियां तां राजी हुंदा जी। अखीर दे विच बादशाह ने आख्या कि जेकर तुसीं लंगर दे वास्ते जगीर नहीं लैणी ते मैं बीबी भानी दे नां ला दिंदा हां, जिवें दी तुहाडी धी उसे तरह दी मेरी धी। ते ग्रंथाकार भाई संतोख सिंह जी ने भी यही गल लिखी है कि सतगुरां ने जगीर नूं प्रवान कर लिया। हुण ग्रंथाकार भाई संतोख सिंह जी अपने इस अध्याय नूं इत्थे खत्म करके लिखते हैं कि ये कथा मैं अगे फिर उदों लिखांगा जदों कि अमृतसर की कथा नूं अगे बयान करांगा। इस जगह के उत्ते इस साखी की भी समाप्ति है।
दूसरे पासे कवि जी ने अपना अध्याय भी इत्थे समाप्त किया और समा भी समाप्त हो चुका है। कल नूं नवें अध्याय दे विच जिस तरीके दे नाल अगले इतिहास नूं ग्रंथाकार भाई संतोख सिंह जी बयान करनगे, मैं उस तरह साध संगत के सन्मुख अर्ज करांगा। अगे जो सतगुरु सच्चे पातशाह जी की रजा होगी उस तरह वरतेगी। जिन्हें ही अर्जा करता होया मैं इत्थे ही कथा नूं विश्राम दे के सारी साध संगत तो खिमा दा जाच। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार हे निर्गुण सब टेक, हे गोबिंद हे गुण निधान जाकै सदा विवेक, हे अपरंपर हर हरे है पी होवनहार, हे संतः कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, याही कुल ते प्रगट होय ताही कुल को नाम, पुन द्वादश गुरिंड को मेरी है प्रणाम।